प्यारे विद्यार्थियों, सब नूं प्यार भरी सत श्री अकाल। मेरा नाम लालचंद, पंजाबी मास्टर, सरकारी सीनियर सैकेंडरी स्कूल राजपुरा, जिला फाजिलका। प्यारे बच्चों, अक्सर कहा जाता है कि हिम्मत बंदे तो ओह करवा लेंदी है जो ओह कर सकता है, पर लगन बंदे तो ओह करवा लेंदी है जो ओह नहीं कर सकता। भाव कि जेकर असी किसी काम नूं पूरी मेहनत अते लगन दे नाल करदे हां तां सानूं उस काम विच सफलता जरूर मिलती है। अजिही ही एक सिक्ख्यादायक कविता 6वीं जमात की पंजाबी पाठ पुस्तक विच दर्ज है। पाठ नंबर 10 कीड़ी कविता। अज असी इस कविता नूं पढ़ांगे ते इस दे भावां नूं स्पष्ट करते हुए इस दे अभ्यास विच आए प्रश्न उत्तर अते वाकां विच वरतों भी करांगे। तो सब तो पहला आपां इस पूरी कविता का उच्चारण करांगे। प्यारे विद्यार्थियों, तुसीं सारिਆਂ ने ही अपनियां अपनियां किताबां दे विचों इस कविता का मेरे नाल उच्चारण करना है। तो प्यारे बच्चों, आओ शुरू करते हाँ कविता कीड़ी। कीड़ी कीड़ी कह के उसनूं ਐਵੇਂ ना दुरकारो, कीड़ी भावें निक्की दिसदी पर उसनूं सतिकारो, ना उस दे विच मास है लगदा ना दिसदी है खल, निक्का निक्का तन है उसदा वड्डी उस दी गल, ना कुछ सानू बोल सुनावे ना कोई भरे हुंगारा, पर उस दे ने कम अजेहे ध्यान जो खिंचण सारा, इक्को तोर तुरी ओ जावे बस अगे तो अगे, उसदा तुरना जीवन जापे खड़ना मरना लगे, हर वेले ही किसे कम विच ओ रुझी है रहिंदी, जे रुझ जाइए उस दे वांगू औकड़ कुछ ना कहंदी, उसदा साहस लगन जद तकिए जिंद नूं आवे हुलारा, डिगदा डिगदा मन जे होवे फिर तो होए करारा, उस दी लोड़ जदों मैं तकी थोड़ी थोड़ी जापे, बंदियां वांग ना धरती नूं ओ गिट्ठां दे विच नापे, एक एक करके दल बन जांदा भारा, आपस विच ही एक दूजे दा बनदियां हैन सहारा, जद कुछ खावण जो कुछ खावण रल मिल के ही खावण, बंदियां वांग ना दल कीड़ी दे वंडियां थां थां पावण, एक विश्वास भरोसा लैके कीड़ी खुड तो आई, खांदे खांदे जो कुछ बचिया उस दी पंड नचाई, बाहर तो फिर जो कुछ लभ्या फिर खुड विच लै आवे, आपस दे इतबार दे उत्ते लभत धर तुर जावे, कदे कदाई आउंदे जांदे मुख नाल मुख छुहावण, इउं लगदा ज्यों एक दूजी नूं गल ओ कोई पुचावण, जद मिठियां खुशबुआं भरियां शैयां किधरे महकण,
ਕੀੜੀਆਂ ਉੱਥੇ ਸੰਗ ਸਹੇਲੀਆਂ, ਕਲੀਆਂ ਵਾਂਗੂ ਟਹਿਕਣ। ਏਡਾ ਪਿਆਰ ਨਾ ਦਿਸਿਆ ਕਿਧਰੇ, ਮਹਿਕਾਂ ਦੂਰ ਖਲੇਰੇ। ਦੇਸ ਪਿਆਰ ਦਾ ਕਿਹਾ ਅਜੂਬਾ, ਵੰਡੇ ਖੁਸ਼ੀ ਛੁਪੇਰੇ। ਆਓ ਰਲ ਕੇ ਕੀੜੀ ਵਾਂਗੂ, ਰੁੱਝੀਏ ਪਿਆਰ ਵੰਡਾਈਏ। ਸਿਦਕ ਲਗਨ ਸੰਗ ਮਿਹਨਤ ਕਰੀਏ, ਜੁਗ ਸੁਰਜੀਤ ਬਣਾਈਏ। ਪਿਆਰੇ ਵਿਦਿਆਰਥੀਓ, ਆਓ ਹੁਣ ਇਸ ਦੀਆਂ ਸਤਰਾਂ ਦੇ ਭਾਵ ਨੂੰ ਸਮਝਦੇ ਹਾਂ। ਕੀੜੀ ਕੀੜੀ ਕਹਿ ਕੇ ਉਸ ਨੂੰ, ਐਵੇਂ ਨਾ ਦੁਰਕਾਰੋ। ਕੀੜੀ ਕੀੜੀ ਕਹਿ ਕੇ ਉਸ ਨੂੰ, ਐਵੇਂ ਨਾ ਦੁਰਕਾਰੋ। ਕੀੜੀ ਭਾਵੇਂ ਨਿੱਕੀ ਦਿਸਦੀ, ਪਰ ਉਸ ਨੂੰ ਸਤਿਕਾਰੋ। ਕਵੀ ਦੱਸਦਾ ਹੈ ਕਿ ਕੀੜੀ ਨੂੰ ਕੀੜੀ ਕੀੜੀ ਕਹਿ ਕੇ ਉਸ ਨੂੰ ਦੁਰਕਾਰਨਾ ਨਹੀਂ ਚਾਹੀਦਾ। ਕੀੜੀ ਦਾ ਤਨ ਭਾਵੇਂ ਨਿੱਕਾ ਜਿਹਾ ਹੈ, ਉਹ ਦੇਖਣ ਵਿੱਚ ਭਾਵੇਂ ਇੱਕ ਨਿੱਕਾ ਜਿਹਾ ਜੀਵ ਹੈ, ਪਰ ਸਾਨੂੰ ਉਸ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਨਾ ਉਸ ਦੇ ਵਿੱਚ ਮਾਸ ਹੈ ਲੱਗਦਾ, ਨਾ ਦਿਸਦੀ ਹੈ ਖਲ। ਨਿੱਕਾ ਨਿੱਕਾ ਤਨ ਹੈ ਉਸ ਦਾ, ਵੱਡੀ ਉਸ ਦੀ ਗੱਲ। ਇਹਨਾਂ ਸਤਰਾਂ ਦੇ ਵਿੱਚ ਕਵੀ ਕੀੜੀ ਦੀ ਸਰੀਰਕ ਬਣਤਰ ਦੱਸਦਾ ਹੋਇਆ ਆਖਦਾ ਹੈ ਕਿ ਕੀੜੀ ਦੇ ਵਿੱਚ ਨਾ ਤਾਂ ਸਾਨੂੰ ਮਾਸ ਦਿਸਦਾ ਹੈ ਅਤੇ ਨਾ ਹੀ ਉਸ 'ਤੇ ਕੋਈ ਖਲ ਦਿਖਾਈ ਦਿੰਦੀ ਹੈ। ਉਸ ਦਾ ਤਨ ਨਿੱਕਾ ਜਿਹਾ ਹੁੰਦਾ ਹੈ, ਪਰ ਉਸ ਦੇ ਕੰਮ ਬਹੁਤ ਵੱਡੇ ਵੱਡੇ ਹੁੰਦੇ ਹਨ। ਨਾ ਕੁਝ ਸਾਨੂੰ ਬੋਲ ਸੁਣਾਵੇ, ਨਾ ਕੋਈ ਭਰੇ ਹੁੰਗਾਰਾ। ਨਾ ਕੁਝ ਸਾਨੂੰ ਬੋਲ ਸੁਣਾਵੇ, ਨਾ ਕੋਈ ਭਰੇ ਹੁੰਗਾਰਾ। ਪਰ ਉਸ ਦੇ ਨੇ ਕੰਮ ਅਜਿਹੇ, ਧਿਆਨ ਜੋ ਖਿੱਚਣ ਸਾਰਾ। ਕਵੀ ਦੱਸਦਾ ਹੈ ਕਿ ਕੀੜੀ ਨਾ ਤਾਂ ਸਾਨੂੰ ਕੁਝ ਬੋਲ ਕੇ ਸੁਣਾਉਂਦੀ ਹੈ ਅਤੇ ਨਾ ਹੀ ਸਾਡੀ ਕਿਸੇ ਗੱਲ 'ਤੇ ਹੁੰਗਾਰਾ ਭਰਦੀ ਹੈ। ਜਿਸ ਤਰ੍ਹਾਂ ਅਸੀਂ ਮਨੁੱਖ ਆਪਸ ਵਿੱਚ ਗੱਲਾਂ ਕਰਦੇ ਹੋਏ ਇੱਕ ਦੂਸਰੇ ਦੀ ਗੱਲ ਦਾ ਹੁੰਗਾਰਾ ਭਰਦੇ ਹਾਂ, ਜਿਵੇਂ ਹਾਂਜੀ, ਨਹੀਂ ਜੀ, ਹੂੰ, ਹਾਂ ਹਾਂ। ਕਵੀ ਦੱਸਦਾ ਹੈ ਕਿ ਕੀੜੀ ਅਜਿਹਾ ਬਿਲਕੁਲ ਵੀ ਨਹੀਂ ਕਰਦੀ। ਨਾ ਤਾਂ ਕੁਝ ਬੋਲ ਕੇ ਦੱਸਦੀ ਹੈ ਅਤੇ ਨਾ ਹੀ ਸਾਡੇ ਕਿਸੇ ਗੱਲ ਦਾ ਹੁੰਗਾਰਾ ਭਰਦੀ ਹੈ, ਜਵਾਬ ਦਿੰਦੀ ਹੈ। ਪਰ ਕੀੜੀ ਦੇ ਕੰਮ ਅਜਿਹੇ ਹੁੰਦੇ ਹਨ ਕਿ ਉਹ ਸਾਡੇ ਧਿਆਨ ਦਾ ਕੇਂਦਰ ਬਣਦੀ ਹੈ। ਕੀੜੀ ਦੇ ਕੰਮ ਹਮੇਸ਼ਾ ਹੀ ਸਾਡੇ ਲਈ ਆਕਰਸ਼ਣ ਦਾ ਕੇਂਦਰ ਬਣਦੇ ਹਨ। ਇੱਕੋ ਤੋਰ ਤੁਰੀ ਉਹ ਜਾਵੇ, ਬਸ ਅੱਗੇ ਤੋਂ ਅੱਗੇ। ਇੱਕੋ ਤੋਰ ਤੁਰੀ ਉਹ ਜਾਵੇ, ਬਸ ਅੱਗੇ ਤੋਂ ਅੱਗੇ। ਉਸ ਦਾ ਤੁਰਨਾ ਜੀਵਨ ਜਾਪੇ, ਖੜਨਾ ਮਰਨਾ ਲੱਗੇ। ਕਵੀ ਦੱਸਦਾ ਹੈ ਕਿ ਕੀੜੀ ਇੱਕੋ ਤੋਰ ਅੱਗੇ ਤੋਂ ਅੱਗੇ ਵੱਧਦੀ ਹੀ ਜਾਂਦੀ ਹੈ ਅਤੇ ਉਹ ਰੁਕਦੀ ਨਹੀਂ। ਜਿਵੇਂ ਤੁਰਨਾ ਹੀ ਕੀੜੀ ਦਾ ਜੀਵਨ ਹੁੰਦਾ ਹੈ, ਉਹ ਹਮੇਸ਼ਾ ਤੁਰਦੀ ਹੀ ਰਹਿੰਦੀ ਹੈ, ਕਦੇ ਵੀ ਥੱਕ ਕੇ ਜਾਂ ਹਾਰ ਕੇ ਇੱਕ ਥਾਂ ਟਿਕ ਕੇ ਨਹੀਂ ਬੈਠਦੀ, ਕਿਉਂਕਿ ਤੁਰਨਾ ਉਸ ਦੇ ਲਈ ਜੀਵਨ ਹੈ ਅਤੇ ਖੜਨਾ ਉਸ ਦੇ ਲਈ ਮੌਤ ਦੀ ਨਿਸ਼ਾਨੀ ਹੁੰਦੀ ਹੈ। ਜਿਸ ਤਰ੍ਹਾਂ ਪਾਣੀ ਵਹਿੰਦਾ ਹੋਇਆ ਹੀ ਚੰਗਾ ਲੱਗਦਾ ਹੈ, ਜੇਕਰ ਪਾਣੀ ਇੱਕ ਥਾਂ ਖੜੋ ਜਾਵੇ ਤਾਂ ਉਹ ਸੜਾਂਧ ਮਾਰਨ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਕੀੜੀ ਵੀ ਅੱਗੇ ਤੋਂ ਅੱਗੇ ਤੁਰਦੀ ਹੀ ਜਾਂਦੀ ਹੈ। ਹਰ ਵੇਲੇ ਹੀ ਕਿਸੇ ਕੰਮ ਵਿੱਚ
ਉਹ ਰੁੱਝੀ ਹੈ ਰਹਿੰਦੀ, ਜੇ ਰੁੱਝ ਜਾਈਏ ਉਸ ਦੇ ਵਾਂਗੂ ਔਕੜ ਕੁਝ ਨਾ ਕਹਿੰਦੀ। ਕਵੀ ਦੱਸਦਾ ਹੈ ਕਿ ਕੀੜੀ ਹਰ ਵੇਲੇ ਕਿਸੇ ਨਾ ਕਿਸੇ ਕੰਮ ਦੇ ਵਿੱਚ ਰੁੱਝੀ ਹੀ ਰਹਿੰਦੀ ਹੈ। ਜਦੋਂ ਮਰਜ਼ੀ ਅਸੀਂ ਦੇਖ ਲਈਏ, ਕੀੜੀ ਕਿਧਰੇ ਨਾ ਕਿਧਰੇ ਤੁਰੀ ਹੀ ਰਹਿੰਦੀ ਹੈ, ਕਿਸੇ ਨਾ ਕਿਸੇ ਕੰਮ ਦੇ ਵਿੱਚ ਲੱਗੀ ਹੀ ਰਹਿੰਦੀ ਹੈ। ਤਾਂ ਕਵੀ ਦੱਸਦਾ ਹੈ ਕਿ ਜੇਕਰ ਅਸੀਂ ਵੀ ਕੀੜੀ ਦੇ ਵਾਂਗੂ ਆਪਣੇ ਕੰਮਾਂ ਦੇ ਵਿੱਚ ਰੁੱਝ ਜਾਈਏ ਤਾਂ ਕੋਈ ਵੀ ਔਕੜ ਸਾਡੇ ਉਸ ਕੰਮ ਦੇ ਵਿੱਚ ਰੁਕਾਵਟ ਨਹੀਂ ਬਣ ਸਕਦੀ। ਕੋਈ ਵੀ ਔਖ, ਕੋਈ ਵੀ ਮੁਸ਼ਕਲ ਅਜਿਹੀ ਨਹੀਂ ਹੁੰਦੀ ਜਿਸ ਦਾ ਕਿ ਹੱਲ ਨਾ ਨਿਕਲ ਸਕਦਾ ਹੋਵੇ। ਸ਼ਰਤ ਇਹ ਹੈ ਕਿ ਅਸੀਂ ਉਸ ਕੰਮ ਨੂੰ ਪੂਰੀ ਲਗਨ ਦੇ ਨਾਲ ਅਤੇ ਪੂਰੀ ਮਿਹਨਤ ਦੇ ਨਾਲ ਕਰੀਏ। ਉਸ ਦਾ ਸਾਹਸ ਲਗਨ ਜਦ ਤੱਕੀਏ, ਜਿੰਦ ਨੂੰ ਆਏ ਹੁਲਾਰਾ। ਉਸ ਦਾ ਸਾਹਸ ਲਗਨ ਜਦ ਤੱਕੀਏ, ਜਿੰਦ ਨੂੰ ਆਏ ਹੁਲਾਰਾ। ਡਿੱਗਦਾ ਡਿੱਗਦਾ ਮਨ ਜੇ ਹੋਵੇ, ਫਿਰ ਤੋਂ ਹੋਏ ਕਰਾਰਾ। ਕਵੀ ਦੱਸਦਾ ਹੈ ਕਿ ਕੀੜੀ ਦਾ ਸਾਹਸ, ਉਸ ਦੀ ਲਗਨ, ਉਸ ਦੀ ਮਿਹਨਤ, ਉਸ ਦੀ ਹਿੰਮਤ ਨੂੰ ਤੱਕੀਏ ਤਾਂ ਸਾਡੇ ਜੀਵਨ ਨੂੰ, ਸਾਡੇ ਜਿੰਦ ਨੂੰ, ਸਾਡੇ ਮਨ ਨੂੰ ਇੱਕ ਨਵਾਂ ਹੁਲਾਰਾ ਮਿਲਦਾ ਹੈ, ਇੱਕ ਖੁਸ਼ੀ ਮਿਲਦੀ ਹੈ, ਇੱਕ ਨਵਾਂ ਜੋਸ਼ ਮਿਲਦਾ ਹੈ। ਤੇ ਜੇਕਰ ਸਾਡਾ ਮਨ ਬੁਝਿਆ ਬੁਝਿਆ ਹੋਵੇ, ਨਿਰਾਸ਼ ਹੋਵੇ, ਤਾਂ ਕੀੜੀ ਦੀ ਇਸ ਲਗਨ ਨੂੰ ਦੇਖ ਕੇ ਸਾਡੇ ਉਸ ਬੁਝੇ ਹੋਏ ਮਨ ਨੂੰ ਵੀ ਉਤਸ਼ਾਹ ਮਿਲਦਾ ਹੈ, ਇੱਕ ਨਵਾਂ ਜੋਸ਼ ਮਿਲਦਾ ਹੈ ਤੇ ਸਾਡਾ ਮਨ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਨਵੇਂ ਸਿਰੇ ਤੋਂ ਤਿਆਰ ਹੋ ਜਾਂਦਾ ਹੈ। ਉਸ ਦੀ ਲੋੜ ਜਦੋਂ ਮੈਂ ਤੱਕੀ, ਥੋੜੀ ਥੋੜੀ ਜਾਪੇ। ਉਸ ਦੀ ਲੋੜ ਜਦੋਂ ਮੈਂ ਤੱਕੀ, ਥੋੜੀ ਥੋੜੀ ਜਾਪੇ। ਬੰਦਿਆਂ ਵਾਂਗ ਨਾ ਧਰਤੀ ਨੂੰ ਉਹ ਗਿੱਠਾਂ ਦੇ ਵਿੱਚ ਨਾਪੇ। ਕਵੀ ਦੱਸਦਾ ਹੈ ਕਿ ਕੀੜੀ ਨੂੰ ਬਹੁਤ ਥੋੜੀ ਚੀਜ਼ ਦੀ ਲੋੜ ਹੁੰਦੀ ਹੈ। ਉਸ ਦੇ ਸਰੀਰਕ ਬਣਤਰ ਦੇ ਅਨੁਸਾਰ ਉਸ ਦੀ ਲੋੜ ਬਹੁਤ ਥੋੜੀ ਹੁੰਦੀ ਹੈ ਅਤੇ ਉਹ ਥੋੜੇ ਦੇ ਵਿੱਚ ਹੀ ਆਪਣਾ ਗੁਜ਼ਾਰਾ ਕਰ ਲੈਂਦੀ ਹੈ। ਕੀੜੀ ਮਨੁੱਖਾਂ ਦੇ ਵਾਂਗ ਧਰਤੀ ਨੂੰ ਗਿੱਠਾਂ ਦੇ ਵਿੱਚ ਨਹੀਂ ਨਾਪਦੀ ਕਿ ਇਹ ਥਾਂ ਮੇਰਾ ਹੈ, ਉਹ ਥਾਂ ਮੇਰਾ ਹੈ। ਕਵੀ ਦੱਸਦਾ ਹੈ ਕਿ ਕੀੜੀ ਅਜਿਹਾ ਬਿਲਕੁਲ ਵੀ ਨਹੀਂ ਕਰਦੀ। ਇੱਕ ਇੱਕ ਕਰਕੇ ਦਲ ਬਣ ਜਾਂਦਾ, ਦਲ ਬਣ ਜਾਂਦਾ ਭਾਰਾ। ਇੱਕ ਇੱਕ ਕਰਕੇ ਦਲ ਬਣ ਜਾਂਦਾ, ਦਲ ਬਣ ਜਾਂਦਾ ਭਾਰਾ। ਆਪਸ ਦੇ ਵਿੱਚ ਇੱਕ ਦੂਜੇ ਦਾ ਬਣਦੀਆਂ ਹੈਣ ਸਹਾਰਾ। ਕਵੀ ਦੱਸਦਾ ਹੈ ਕਿ ਜਦੋਂ ਇੱਕ ਇੱਕ ਕਰਕੇ ਕੀੜੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਉਹਨਾਂ ਦਾ ਇੱਕ ਬਹੁਤ ਵੱਡਾ ਦਲ ਬਣ ਜਾਂਦਾ ਹੈ, ਇੱਕ ਬਹੁਤ ਵੱਡਾ ਇਕੱਠ, ਇੱਕ ਬਹੁਤ ਵੱਡੀ ਸੈਨਾ ਬਣ ਜਾਂਦੀ ਹੈ ਅਤੇ ਫਿਰ ਉਹ ਇੱਕ ਦੂਸਰੇ ਦਾ ਸਹਾਰਾ ਬਣਦੀਆਂ ਹਨ। ਇੱਕ ਦੂਸਰੇ ਦੇ ਕੰਮ ਦੇ ਵਿੱਚ ਉਹ ਮਦਦ ਕਰਦੀਆਂ ਹਨ। ਜਦ ਕੁਝ ਖਾਵਣ ਜੋ ਕੁਝ ਖਾਵਣ, ਰਲ ਮਿਲ ਕੇ ਹੀ ਖਾਵਣ। ਜੋ ਕੁਝ ਖਾਵਣ ਜਦ ਕੁਝ ਖਾਵਣ, ਰਲ ਮਿਲ ਕੇ ਹੀ ਖਾਵਣ। ਬੰਦਿਆਂ ਵਾਂਗ ਨਾ ਦਲ ਕੀੜੀ ਦੇ, ਵੰਡੀਆਂ ਥਾਂ ਥਾਂ ਪਾਵਣ। ਕਵੀ ਦੱਸਦਾ ਹੈ ਕਿ ਕੀੜੀਆਂ ਨੂੰ ਜੋ ਕੁਝ ਵੀ ਖਾਣ ਨੂੰ ਮਿਲਦਾ ਹੈ, ਜਦੋਂ ਵੀ ਉਹ ਕੁਝ ਖਾਂਦੀਆਂ ਨੇ ਤਾਂ ਸਾਰੀਆਂ ਕੀੜੀਆਂ ਮਿਲ ਕੇ ਹੀ ਖਾਂਦੀਆਂ ਹਨ, ਵੰਡ ਕੇ ਖਾਂਦੀਆਂ ਹਨ। ਉਹ ਬੰਦਿਆਂ ਦੇ ਵਾਂਗ
ਇੱਕ ਦੂਸਰੇ ਦੇ ਵਿੱਚ ਵੰਡੀਆਂ ਨਹੀਂ ਪਾਉਂਦੀਆਂ, ਇੱਕ ਦੂਸਰੇ ਦੇ ਵਿੱਚ ਨਫ਼ਰਤ ਪੈਦਾ ਨਹੀਂ ਕਰਦੀਆਂ, ਸਗੋਂ ਆਪਸ ਦੇ ਵਿੱਚ ਪਿਆਰ ਦੇ ਨਾਲ ਹੀ ਰਹਿੰਦੀਆਂ ਹਨ। ਇੱਕ ਵਿਸ਼ਵਾਸ ਭਰੋਸਾ ਲੈ ਕੇ ਕੀੜੀ ਖੁੱਡ ਤੋਂ ਆਈ, ਇੱਕ ਵਿਸ਼ਵਾਸ ਭਰੋਸਾ ਲੈ ਕੇ ਕੀੜੀ ਖੁੱਡ ਤੋਂ ਆਈ, ਖਾਂਦੇ ਖਾਂਦੇ ਜੋ ਕੁਝ ਬਚਿਆ ਉਸ ਦੀ ਪੰਡ ਨਾ ਚਾਈ। ਕਵੀ ਦੱਸਦਾ ਹੈ ਕਿ ਕੀੜੀ ਇੱਕ ਵਿਸ਼ਵਾਸ ਲੈ ਕੇ, ਇੱਕ ਭਰੋਸਾ ਲੈ ਕੇ ਆਪਣੇ ਖੁੱਡ ਦੇ ਵਿੱਚੋਂ ਬਾਹਰ ਆਉਂਦੀ ਹੈ ਅਤੇ ਜੋ ਕੁਝ ਵੀ ਉਸ ਨੂੰ ਖਾਣ ਨੂੰ ਮਿਲਦਾ ਹੈ ਉਸ ਨੂੰ ਉਹ ਖਾਂਦੀ ਹੈ। ਖਾਂਦੇ ਖਾਂਦੇ ਜੋ ਕੁਝ ਬਚ ਜਾਂਦਾ ਹੈ ਉਸ ਦੀ ਉਹ ਪੰਡ ਨਹੀਂ ਚੁੱਕਦੀ, ਬਲਕਿ ਉਹ ਆਪਣਾ ਗੁਜ਼ਾਰਾ ਕਰਕੇ ਉੱਥੋਂ ਤੁਰ ਜਾਂਦੀ ਹੈ। ਬਾਹਰ ਤੋਂ ਫਿਰ ਜੋ ਕੁਝ ਲੱਭਿਆ ਫਿਰ ਖੁੱਡ ਵਿੱਚ ਲੈ ਆਵੇ, ਬਾਹਰ ਤੋਂ ਫਿਰ ਜੋ ਕੁਝ ਲੱਭਿਆ ਫਿਰ ਖੁੱਡ ਵਿੱਚ ਲੈ ਆਵੇ, ਆਪਸ ਦੇ ਇਤਬਾਰ ਦੇ ਉੱਤੇ ਲੱਭਤ ਧਰ ਤੁਰ ਜਾਵੇ। ਕਵੀ ਦੱਸਦਾ ਹੈ ਕਿ ਕੀੜੀ ਨੂੰ ਬਾਹਰੋਂ ਜੋ ਕੁਝ ਵੀ ਲੱਭਦਾ ਹੈ ਉਹ ਉਸ ਨੂੰ ਆਪਣੇ ਖੁੱਡ ਦੇ ਵਿੱਚ, ਆਪਣੇ ਭੌਣ ਦੇ ਵਿੱਚ ਲੈ ਆਉਂਦੀ ਹੈ ਤੇ ਇੱਕ ਯਕੀਨ ਦੇ ਉੱਪਰ, ਇੱਕ ਭਰੋਸੇ ਦੇ ਉੱਪਰ ਉਹ ਉਸ ਲੱਭਤ ਨੂੰ, ਉਸ ਲੱਭੀ ਹੋਈ ਵਸਤੂ ਨੂੰ ਆਪਣੀ ਖੁੱਡ ਦੇ ਵਿੱਚ ਧਰ ਕੇ ਅਤੇ ਬਾਹਰ ਨੂੰ ਤੁਰ ਪੈਂਦੀ ਹੈ। ਕਦੇ ਕਦਾਈ ਆਉਂਦੇ ਜਾਂਦੇ ਮੁੱਖ ਨਾਲ ਮੁੱਖ ਛੁਹਾਵਣ, ਕਦੇ ਕਦਾਈ ਆਉਂਦੇ ਜਾਂਦੇ ਮੁੱਖ ਨਾਲ ਮੁੱਖ ਛੁਹਾਵਣ, ਇਉਂ ਲੱਗਦਾ ਜੋ ਇੱਕ ਦੂਜੀ ਨੂੰ ਗੱਲ ਉਹ ਕੋਈ ਪੁਚਾਵਣ। ਕਵੀ ਦੱਸਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਕੀੜੀਆਂ ਜਦੋਂ ਵੀ ਤੁਰਦੀਆਂ ਨੇ ਤੇ ਤੁਰਦੀਆਂ ਤੁਰਦੀਆਂ ਕਈ ਵਾਰੀ ਇਹ ਇੱਕ ਦੂਸਰੇ ਦੇ ਨਾਲ ਮੂੰਹ ਲਾਉਂਦੀਆਂ ਹਨ, ਤਾਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਕੀੜੀਆਂ ਆਪਸ ਵਿੱਚ ਕੁਝ ਗੱਲਾਂ ਕਰ ਰਹੀਆਂ ਹੋਣ ਅਤੇ ਆਪਣੀ ਕੋਈ ਗੱਲ ਇੱਕ ਤੋਂ ਦੂਸਰੀ ਤੱਕ ਪਹੁੰਚਾ ਰਹੀਆਂ ਹੋਣ। ਜਦ ਮਿੱਠੀਆਂ ਖੁਸ਼ਬੂਆਂ ਭਰੀਆਂ ਸ਼ੈਆਂ ਕਿਧਰੇ ਮਹਿਕਣ, ਜਦ ਮਿੱਠੀਆਂ ਖੁਸ਼ਬੂਆਂ ਭਰੀਆਂ ਸ਼ੈਆਂ ਕਿਧਰੇ ਮਹਿਕਣ, ਕੀੜੀਆਂ ਉੱਥੇ ਸੰਗ ਸਹੇਲੀਆਂ ਕਲੀਆਂ ਵਾਂਗੂ ਟਹਿਕਣ। ਕਵੀ ਦੱਸਦਾ ਹੈ ਕਿ ਜਦੋਂ ਵੀ ਕੀੜੀਆਂ ਨੂੰ ਕੋਈ ਮਿੱਠੀ ਖੁਸ਼ਬੂਦਾਰ ਚੀਜ਼ ਮਿਲਦੀ ਹੈ ਤਾਂ ਬਹੁਤ ਸਾਰੀਆਂ ਕੀੜੀਆਂ ਉੱਥੇ ਇਕੱਠੀਆਂ ਹੋ ਜਾਂਦੀਆਂ ਹਨ। ਉਹ ਸਾਰੀਆਂ ਕੀੜੀਆਂ ਆਪਣੀਆਂ ਆਪਣੀਆਂ ਸਹੇਲੀਆਂ ਦੇ ਨਾਲ ਉੱਥੇ ਟਹਿਕ ਰਹੀਆਂ ਹੁੰਦੀਆਂ ਹਨ, ਖੁਸ਼ੀ ਨਾਲ ਉਸ ਵਸਤੂ ਨੂੰ ਖਾ ਰਹੀਆਂ ਹੁੰਦੀਆਂ ਹਨ। ਐਡਾ ਪਿਆਰ ਨਾ ਦਿਸਿਆ ਕਿਧਰੇ ਮਹਿਕਾਂ ਦੂਰ ਖਲੇਰੇ, ਐਡਾ ਪਿਆਰ ਨਾ ਦਿਸਿਆ ਕਿਧਰੇ ਮਹਿਕਾਂ ਦੂਰ ਖਲੇਰੇ, ਦੇਸ ਪਿਆਰ ਦਾ ਕਿਹਾ ਅਜੂਬਾ ਵੰਡੇ ਖੁਸ਼ੀ ਚੁਫੇਰੇ। ਕਵੀ ਦੱਸਦਾ ਹੈ ਕਿ ਅਜਿਹਾ ਪਿਆਰ ਮੈਨੂੰ ਧਰਤੀ ਦੇ ਉੱਪਰ ਕਿਧਰੇ ਵੀ ਨਹੀਂ ਦਿਸਿਆ। ਅਜਿਹਾ ਪਿਆਰ ਜੋ ਚਾਰ ਛੁਪੇਰੇ ਮਹਿਕਾਂ ਵੰਡਦਾ ਹੋਵੇ, ਖੁਸ਼ੀਆਂ ਵੰਡਦਾ ਹੋਵੇ, ਪਿਆਰ ਦਾ ਅਜਿਹਾ ਅਜੂਬਾ, ਅਜਿਹਾ ਅਨੋਖਾ ਅਤੇ ਅਜੀਬ ਪਿਆਰ ਦੁਨੀਆ ਦੇ ਵਿੱਚ ਮੈਨੂੰ ਦੇਖਣ ਨੂੰ ਨਹੀਂ ਮਿਲਿਆ ਜਿਹੜਾ ਕਿ ਚਾਰ ਛੁਪੇਰੇ ਖੁਸ਼ੀਆਂ ਖੇੜੇ ਵੰਡਦਾ ਹੋਵੇ। ਅੰਤ ਵਿੱਚ ਕਵੀ ਕੀ ਦੱਸਦਾ ਹੈ? ਆਓ ਰਲ ਕੇ ਕੀੜੀ ਵਾਂਗੂ ਰੁੱਝੀਏ ਪਿਆਰ ਵੰਡਾਈਏ, ਆਓ ਰਲ ਕੇ ਕੀੜੀ ਵਾਂਗੂ ਰੁੱਝੀਏ ਪਿਆਰ ਵੰਡਾਈਏ, ਸਿਦਕ ਲਗਨ ਸੰਗ ਮਿਹਨਤ ਕਰੀਏ, ਜਗ ਸੁਰਜੀਤ ਬਣਾਈਏ। ਕਵੀ ਦੱਸਦਾ ਹੈ ਕਿ ਆਓ ਆਪਾਂ ਸਾਰੇ ਇਹਨਾਂ ਕੀੜੀਆਂ ਦੇ ਵਾਂਗੂ
ਆਪਣੇ ਆਪਣੇ ਕੰਮ ਦੇ ਵਿੱਚ ਪੂਰੀ ਲਗਨ ਦੇ ਨਾਲ, ਮਿਹਨਤ ਦੇ ਨਾਲ ਜੁਟ ਜਾਈਏ, ਇੱਕ ਦੂਸਰੇ ਨਾਲ ਪਿਆਰ ਵੰਡਾਈਏ, ਇੱਕ ਦੂਸਰੇ ਨਾਲ ਭਾਈਚਾਰੇ ਦੇ ਨਾਲ ਰਹੀਏ ਅਤੇ ਆਪਣੇ ਕੰਮ ਦੇ ਵਿੱਚ ਤਰੱਕੀ ਹਾਸਲ ਕਰਦੇ ਹੋਏ ਆਪਣੇ ਜੱਗ ਨੂੰ, ਆਪਣੇ ਦੇਸ਼ ਨੂੰ ਖੁਸ਼ੀ ਭਰਪੂਰ ਬਣਾਈਏ ਅਤੇ ਚਾਰੇ ਪਾਸੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ। ਤਾਂ ਵਿਦਿਆਰਥੀਓ, ਇਹ ਸੀ ਆਪਣੀ ਕਵਿਤਾ ਕੀੜੀ, ਜਿਹੜੀ ਕਿ ਕਵੀ ਨੇ ਇੱਕ ਪ੍ਰਤੀਕ ਦੇ ਵਜੋਂ ਵਰਤੀ ਹੈ। ਕੀੜੀ ਨੂੰ ਇੱਕ ਪ੍ਰਤੀਕ ਬਣਾ ਕੇ ਕਵੀ ਨੇ ਸਾਨੂੰ ਮਨੁੱਖਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਇਸ ਸੰਸਾਰ ਵਿੱਚ ਵਿਚਰਦੇ ਹੋਏ ਇੱਕ ਦੂਸਰੇ ਦੇ ਨਾਲ ਪਿਆਰ, ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਹੈ, ਇੱਕ ਦੂਸਰੇ ਦੀ ਸਹਾਇਤਾ ਕਰਨੀ ਚਾਹੀਦੀ ਹੈ, ਇੱਕ ਦੂਸਰੇ ਦੀ ਖੁਸ਼ੀਆਂ ਦੇ ਵਿੱਚ, ਗਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਆਪਣੇ ਕੰਮ ਦੇ ਵਿੱਚ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਜੁਟੇ ਰਹਿਣਾ ਚਾਹੀਦਾ ਹੈ। ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਆਓ ਹੁਣ ਆਪਾਂ ਇਸ ਪਾਠ ਦਾ ਅਭਿਆਸ ਹੱਲ ਕਰਦੇ ਹਾਂ। ਤੁਸੀਂ ਸਾਰਿਆਂ ਨੇ ਨਾਲ ਨਾਲ ਆਪਣੀਆਂ ਕਾਪੀਆਂ 'ਤੇ ਵੀ ਨੋਟ ਕਰਨਾ ਹੈ। ਤਾਂ ਬੱਚਿਓ, ਪਹਿਲਾ ਪ੍ਰਸ਼ਨ ਹੈ, ਕੀੜੀ ਕਿਹੋ ਜਿਹੀ ਦਿਸਦੀ ਹੈ? ਇਸ ਪ੍ਰਸ਼ਨ ਦੇ ਉੱਤਰ ਵਿੱਚ ਤੁਸੀਂ ਕੀੜੀ ਦੀ ਸਰੀਰਕ ਬਣਤਰ ਬਾਰੇ ਲਿਖਣਾ ਹੈ। ਤਾਂ ਇਸ ਦਾ ਉੱਤਰ ਲਿਖਾਂਗੇ, ਕੀੜੀ ਬਹੁਤ ਨਿੱਕੀ ਜਿਹੀ ਦਿਸਦੀ ਹੈ। ਉਸ ਉੱਤੇ ਨਾ ਤਾਂ ਮਾਸ ਅਤੇ ਨਾ ਹੀ ਖੱਲ ਨਜ਼ਰ ਆਉਂਦੀ ਹੈ। ਦੂਸਰਾ ਪ੍ਰਸ਼ਨ, ਕੀੜੀ ਦੇ ਕੰਮ ਤੇ ਉਸ ਦੀ ਲਗਨ ਕਿਹੋ ਜਿਹੀ ਹੈ? ਇਸ ਦਾ ਉੱਤਰ, ਕੀੜੀ ਦੇ ਕੰਮ ਸਭ ਦਾ ਧਿਆਨ ਖਿੱਚਦੇ ਹਨ। ਉਸ ਦੀ ਲਗਨ ਪੱਕੀ ਹੁੰਦੀ ਹੈ। ਤੀਜਾ ਪ੍ਰਸ਼ਨ, ਕੀੜੀਆਂ ਦਾ ਦਲ ਰਲ ਮਿਲ ਕੇ ਕਿਸ ਤਰ੍ਹਾਂ ਰਹਿੰਦਾ ਹੈ? ਇਸ ਦਾ ਉੱਤਰ ਆਪਾਂ ਲਿਖਾਂਗੇ, ਕੀੜੀਆਂ ਦਾ ਦਲ ਆਪਸ ਵਿੱਚ ਰਲ ਮਿਲ ਕੇ ਰਹਿੰਦਾ ਹੈ ਅਤੇ ਮੁਸ਼ਕਲ ਵਿੱਚ ਇੱਕ ਦੂਜੇ ਦਾ ਸਹਾਰਾ ਬਣਦੀਆਂ ਹਨ। ਚੌਥਾ ਪ੍ਰਸ਼ਨ, ਕੀੜੀਆਂ ਗੱਲਾਂ ਕਿਵੇਂ ਕਰਦੀਆਂ ਹਨ? ਇਸ ਦਾ ਉੱਤਰ ਲਿਖਾਂਗੇ, ਕੀੜੀਆਂ ਇੱਕ ਦੂਜੀ ਦੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੀਆਂ ਹਨ। ਪ੍ਰਸ਼ਨ ਨੰਬਰ 5, ਕੀੜੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਦਾ ਉੱਤਰ, ਕੀੜੀ ਤੋਂ ਸਾਨੂੰ ਸਿਦਕ, ਲਗਨ ਅਤੇ ਮਿਹਨਤ ਨਾਲ ਆਪਣੇ ਕੰਮ ਵਿੱਚ ਜੁਟੇ ਰਹਿਣ ਦੀ ਸਿੱਖਿਆ ਮਿਲਦੀ ਹੈ। ਛੇਵਾਂ ਪ੍ਰਸ਼ਨ, ਕੀੜੀਆਂ ਆਪਸ ਵਿੱਚ ਕਿਵੇਂ ਰਹਿੰਦੀਆਂ ਹਨ? ਇਸ ਦਾ ਉੱਤਰ ਲਿਖਾਂਗੇ, ਕੀੜੀਆਂ ਆਪਸ ਵਿੱਚ ਮਿਲ ਜੁਲ ਕੇ ਰਹਿੰਦੀਆਂ ਹਨ। ਪ੍ਰਸ਼ਨ ਨੰਬਰ 7, ਕਵੀ ਨੇ ਇਸ ਕਵਿਤਾ ਵਿੱਚ ਕੀ ਸੰਦੇਸ਼ ਦਿੱਤਾ ਹੈ? ਉੱਤਰ, ਕਵੀ ਨੇ ਸੰਦੇਸ਼ ਦਿੱਤਾ ਹੈ ਕਿ ਸਾਨੂੰ ਸਭ ਨੂੰ ਹਮੇਸ਼ਾ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਕੰਮ ਵਿੱਚ ਸਿਦਕ, ਲਗਨ ਅਤੇ ਮਿਹਨਤ ਨਾਲ ਜੁਟ ਜਾਣਾ ਚਾਹੀਦਾ ਹੈ। ਅਭਿਆਸ ਦਾ ਦੂਸਰਾ ਪ੍ਰਸ਼ਨ ਹੈ, ਸ਼ਬਦਾਂ ਨੂੰ
ਵਾਕਾਂ ਵਿੱਚ ਵਰਤੋਂ। ਪਹਿਲਾ ਸ਼ਬਦ ਹੈ ਤਨ। ਇਸ ਦਾ ਵਾਕ ਤੁਸੀਂ ਬੜੀ ਆਸਾਨੀ ਨਾਲ ਬਣਾ ਸਕਦੇ ਹੋ, ਜਿਵੇਂ ਕੀੜੀ ਦਾ ਤਨ ਨਿੱਕਾ ਹੁੰਦਾ ਹੈ। ਦੂਸਰਾ ਜੀਵਨ। ਜੀਵਨ ਵਿੱਚ ਚੰਗੇ ਕੰਮ ਕਰੋ। ਤੀਸਰਾ ਸ਼ਬਦ ਧਰਤੀ। ਇਸ ਦਾ ਵਾਕ ਧਰਤੀ ਸਾਡੀ ਮਾਂ ਹੈ। ਚੌਥਾ ਸ਼ਬਦ ਕਰਾਰਾ। ਇਸ ਦਾ ਵਾਕ ਭੋਜਨ ਬਹੁਤ ਕਰਾਰਾ ਹੈ। ਪੰਜਵਾਂ ਸ਼ਬਦ ਭਰੋਸਾ। ਰੱਬ ਵਿੱਚ ਭਰੋਸਾ ਰੱਖੋ। ਪਿਆਰੇ ਵਿਦਿਆਰਥੀਓ, ਉਮੀਦ ਹੈ ਤੁਹਾਨੂੰ ਇਸ ਕਵਿਤਾ ਦੀ ਸਮਝ ਆ ਗਈ ਹੋਵੇਗੀ। ਹੁਣ ਤੁਸੀਂ ਇਸ ਕਵਿਤਾ ਦੇ ਅਭਿਆਸ ਨੂੰ ਆਪਣੀਆਂ ਪੱਕੀਆਂ ਕਾਪੀਆਂ ਦੇ ਉੱਪਰ ਨੋਟ ਕਰੋਗੇ ਅਤੇ ਆਪਣੇ ਆਪਣੇ ਪੰਜਾਬੀ ਦੇ ਅਧਿਆਪਕ ਨੂੰ ਦਿਖਾਓਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।